328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੇ ਵਿੱਚ 22 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਸਿੱਖ ਸਦਭਾਵਨਾ ਦਲ ਦੇ ਵੱਲੋਂ ਇੱਕ ਕਾਫਲਾ ਅੰਮ੍ਰਿਤਸਰ ਤੋਂ ਰਵਾਨਾ ਕੀਤਾ ਗਿਆ, ਜੋ ਕਿ ਸੰਗਰੂਰ ਵਿਖੇ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਵਿਖੇ ਜਾ ਕੇ ਰੋਸ ਪ੍ਰਦਰਸ਼ਨ ਕਰੇਗਾ। ਇਸ ਕਾਫਲੇ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਇੱਕ ਯਾਦ ਪੱਤਰ ਦਿੱਤਾ ਜਾਵੇਗਾ। ਇਸ ਸੰਬੰਧੀ ਪੰਥਕ ਹੋਕੇ ਤੋਂ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੇ ਘਰ ਬਾਹਰ ਕੀਰਤਨ ਕਰਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, क्योंकि भगवंत सिंह मान ने मुख्यमंत्री बनन तो पहला पंजाब के मुद्दे उंगलों ते गिने सी। शायद वो मुख्यमंत्री बनन तो बाद भुल गए ने कि श्रोमणी कमेटी ते काबज बादलकियां दे वल्लों श्री गुरु ग्रंथ साहिब जी दे 328 पावन सरूप चोरी करके वेच दिते गए सी, जिस दे चलदियां संगतां दे सहयोग दे नाल पिछले 22 महीनों तो मोर्चा लगाया होया है। भाई बलदेव सिंह वडाला ने कहा कि मुख्यमंत्री नूं ध्यान नहीं रहा जां मान साहब दी नज़र दे विच इह वड्डा करप्शन ते संगीन अपराध कोई मायने नहीं रखदा। वाहिगुरू जी का खालसा वाहिगुरू जी की फतेह। श्री गुरु ग्रंथ साहिब महाराज जियां दे पावन 328 स्वरूप श्रोमणी गुरुद्वारा प्रबंधक कमेटी ते काबज बादलकियां वल्लों चोरी वेचे गए, जिस दे इंसाफ लई सिख संगतां ने मोर्चा लाया, जिन्हां दी मार कुट करके ते उस मोर्चे नूं तार पीड़ कीता गया, जिस दी मुड़ तर्जमानी करदियां 2020 4 नवंबर तो ये कह लो कि अज 22 महीनों का समा करीबन बीत चलिया है। पुलिस प्रशासन सरकारां कदे कैप्टन साहब दी आके चली गई तो कदे चन्नी कियां दी चली गई। अज तीजे मुख मंत्री आ गए भगवंत सिंह मान। भगवंत सिंह मान होना ने मुख मंत्री बनन तो पहला ਇਹ ਗੱਲਾਂ ਕਹੀਆਂ ਸਨ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ, ਪੰਜਾਬ ਦੇ ਮੁੱਦੇ ਦਰਦ ਜਿਹੜਾ ਮੈਂ ਉਂਗਲਾਂ ਤੇ ਗਿਣਿਆ ਹੋਇਆ ਆਉਂਦੇ ਸਾਰ ਹੀ ਹੱਲ ਕਰਾਂਗੇ। 6 ਮਹੀਨੇ ਉਹਨਾਂ ਦੀ ਉਡੀਕ ਕੀਤੀ ਗਈ, 4 ਵਾਰੀ ਉਹ ਇੱਥੇ ਆ ਕੇ ਮੱਥਾ ਟੇਕ ਕੇ ਚਲੇ ਗਏ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਸਰੂਪਾਂ ਬਾਬਤ ਇਹਨੂੰ ਬਹੁਤ ਹਲਕੇ 'ਚ ਲਿਆ ਹੈ। ਇਹਦੇ ਬਾਰੇ ਕੋਈ ਉਹਨਾਂ ਨੇ ਸਾਡੇ ਤੋਂ ਪੁੱਛਿਆ ਨਹੀਂ, ਕੋਈ ਉਹਨਾਂ ਦਾ ਨੁਮਾਇੰਦਾ ਨਹੀਂ ਆਇਆ। ਅਸੀਂ ਉਹਨਾਂ ਤੱਕ ਪੁੱਜਦੀ ਜਿੰਨੀ ਵੀ ਜਾਣਕਾਰੀ ਸੀ ਸਾਰੀ ਉੱਥੇ ਪੁੱਜਦਾ ਕਰ ਦਿੱਤੀ, ਪਰ ਜਦੋਂ ਹੁਣ ਸਰਕਾਰ ਗੂੜੀ ਨੀਂਦ 'ਚ ਸੌਂ ਗਈ ਤੇ ਅੱਜ ਉਹਨਾਂ ਦੀ ਜਾਗ ਖੋਲ੍ਹਣ ਵਾਸਤੇ ਅਸੀਂ ਸਿੱਖ ਨੀਤੀ ਮਾਰਚ ਜਿਹੜਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਆਏ ਹਾਂ, ਹੁਣ ਅਸੀਂ ਇੱਥੋਂ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਵਾਂਗੇ। ਅੱਗੇ ਜਾਂਦਿਆਂ ਕਾਫਲਾ ਜਿਹੜਾ ਹੈ ਉਹ ਵੱਧਦਾ ਜਾਣਾ ਹੈ, ਕਿਉਂਕਿ ਤਰਨਤਾਰਨ ਸਾਹਿਬ ਵੀ ਸੰਗਤ ਮਿਲਣੀ ਹੈ, ਅੱਗੇ ਹਰੀਕੇ ਤੋਂ ਮਿਲਣੀ ਹੈ, ਮਕੂ ਤੋਂ ਮਿਲਣੀ ਹੈ, ਫਿਰ ਉਦੋਂ ਅੱਗੇ ਮੋਗਾ ਬਰਨਾਲਾ, ਇੱਥੋਂ ਹੁੰਦੇ ਹੋਏ ਅਸੀਂ ਸੰਗਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਜਾ ਕੇ ਯਾਦ ਪੱਤਰ ਦਿਆਂਗੇ। ਅਗਲਾ ਪ੍ਰੋਗਰਾਮ ਸਾਡਾ ਕੀ ਹੋਊ, ਇਹ ਉੱਥੇ ਜਾ ਕੇ ਹੀ ਅਗਲਾ ਪ੍ਰੋਗਰਾਮ ਜਿਹੜਾ ਉਹ ਦਿੱਤਾ ਜਾਊ। इस मौके गलबात करदियां भाई वडाला ने कहा कि बीते दिनी संगरूर तो संसद मैंबर सिमरनजीत सिंह मान दे वल्लों श्री साहिब की तुलना जनेऊ दे नाल कीती गई है, वो ठीक नहीं। श्री साहिब किसी होर धर्म वांग धार्मिक चिन्ह नहीं है, ये सिख आर्मी है। भारत अते सिख ने श्री साहिब किसी नूं मारन दे लई नहीं सगों लोकां दी अते अपनी हिफाजत दे लई पहनी हुई है। देखो जी, जनेऊ अपनी जगह है, श्री साहिब दी अपनी होंद है। ਮੁਬਾਰਕਬਾਦ ਉਹਨਾਂ ਦਾ ਧਾਰਮਿਕ ਚਿੰਨ੍ਹ ਹੈ, ਪਰ ਸ੍ਰੀ ਸਾਹਿਬ ਸਾਡੀ ਇਹ ਧਾਰਮਿਕ ਚਿੰਨ੍ਹ ਨਹੀਂ ਹੈ। ਇਹ ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ ਤੇ ਮਜ਼ਲੂਮ ਲਈ ਪਹਿਰੇਦਾਰ। ਇਹ ਹੈ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਕ ਅਰ ਤੀਰ, ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਇਹ ਉਹ ਪੀਰ ਹੈ ਜਿਨਨੇ ਮਜ਼ਲੂਮ ਦੀ ਰਾਖੀ ਕਰਨੀ, ਇਸ ਲਈ ਇਹਦੀ ਤੁਲਨਾ ਕਰਨੀ ਗਲਤ ਹੈ। ਦੂਸਰੀ ਗੱਲ ਮੈਂ ਕਹਿੰਦਾ ਕਿ ਜਹਾਜ਼ਾਂ ਦੇ ਅੰਦਰ ਸਫ਼ਰ ਕਰੋ, ਤੁਹਾਡੇ ਬੱਚੇ ਪੇਪਰ ਦੇਣ ਜਾਣ, ਨਾ ਤੇ ਕਿਸੇ ਈਸਾਈ ਦਾ ਧਰਮ ਨਿਸ਼ਾਨ ਚਿੰਨ੍ਹ ਉਤਾਰੋ, ਨਾ ਕਿਸੇ ਮੁਸਲਿਮ ਦਾ, ਨਾ ਕਿਸੇ ਹਿੰਦੂ ਦਾ ਤੇ ਨਾ ਕਿਸੇ ਸਿੱਖ ਦਾ, ਕਿਉਂਕਿ ਜਿਹੜਾ ਧਰਮ ਹੈ ਨਾ ਉਹ ਦੂਜਿਆਂ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖਣੀ ਸਿਖਾਉਂਦਾ ਹੈ, ਨਾ ਕਿ ਕਿਸੇ ਦੀ ਲਾ ਕੇ ਰੋਲਣੀ ਸਿਖਾਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਖਾ ਦਿੱਤਾ, ਧਰਮ ਲਈ ਦੂਜਿਆਂ ਨੂੰ ਡਾਂਗ ਫੇਰਨੀ ਜਣਾ ਖਾਣਾ ਜਾਣਦਾ ਹੈ, ਪਰ ਦੂਜਿਆਂ ਦੇ ਧਰਮ ਲਈ ਸਿਰ ਦੇਣਾ ਜੇ ਕੋਈ ਜਾਣਦਾ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ
ਤੇ ਉਹਨਾਂ ਦਾ ਸਿੱਖ ਪੰਥ ਜਾਣਦਾ ਹੈ। ਇਸ ਲਈ ਇਹ ਦੋਵੇਂ ਚੀਜ਼ਾਂ ਨੇ, ਤੁਲਨਾ ਕਰਨੀ ਵੀ ਮਾੜੀ ਗੱਲ। ਔਰ ਉਦੋਂ ਬਾਅਦ ਜਿੱਥੇ ਤੱਕ ਇਹਨਾਂ ਧਾਰਮਿਕ ਚਿੰਨ੍ਹ ਨੇ ਜਾਂ ਕੋਈ ਕਿਸੇ ਕਿਸਮ ਦੀ ਧਰਮ ਦੀ ਮਰਜ਼ਾਦਾ ਹੈ, ਹਰ ਥਾਂ ਤੇ ਹਰ ਇੱਕ ਨੂੰ ਰੱਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਬਾਕੀ ਸਿੱਖ ਦੀ ਸ੍ਰੀ ਸਭ ਤੋਂ ਡਰਿਓ ਨਾ, ਇਹ ਫ੍ਰੀ ਆਫ ਕਾਸਟ ਸਿੱਖ ਆਰਮੀ, ਇਹ ਤੁਹਾਡੀ ਸੁਰੱਖਿਆ ਹੈ। ਇਸ ਦੇ ਨਾਲ ਹੀ ਬੋਲਦਿਆਂ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਇੱਕ ਸਿੱਖ ਸ਼ਰਧਾਲੂ ਦੀ ਕੁੱਟਮਾਰ ਕੀਤੀ ਗਈ, ਜੋ ਬਹੁਤ ਨਿੰਦਣਯੋਗ ਕਾਰਜ ਹੈ। ਐਸਜੀਪੀਸੀ ਵੱਲੋਂ ਪਾਲੀ ਹੋਈ ਐਸਜੀਪੀਸੀ ਟਾਸਕ ਫੋਰਸ ਤੇ ਉਹਨਾਂ ਦੇ ਮੁਲਾਜ਼ਮ ਹਮੇਸ਼ਾ ਹੀ ਸਿੱਖ ਸ਼ਰਧਾਲੂਆਂ ਦੇ ਨਾਲ ਜਾਂ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ ਅਣਮਨੁੱਖੀ ਵਤੀਰਾ ਕਰਦੇ ਨੇ। ਇਸ ਦੇ ਨਾਲ ਹੀ ਵਡਾਲਾ ਨੇ ਕਿਹਾ ਕਿ ਇਸ ਵਾਰ ਸੰਗਤਾਂ ਨੂੰ ਸਰਕਾਰਾਂ ਉੱਪਰ ਦਬਾਅ ਪਾ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਨੇ, ਤਾਂ ਜੋ ਕਿ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਨੂੰ ਹਟਾਇਆ ਜਾ ਸਕੇ। ਉਹਨਾਂ ਕਿਹਾ ਕਿ ਐਸਜੀਪੀਸੀ ਦੀ ਟਾਸਕ ਫੋਰਸ ਸੰਗਤਾਂ ਨੂੰ ਪਿਆਰ ਦੇ ਨਾਲ ਸਮਝਾਉਣ ਦੇ ਲਈ ਹੈ, ਨਾ ਕਿ ਉਹਨਾਂ ਦੇ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਲਈ। ਇਹ ਟਾਸਕ ਫੋਰਸ ਗੁੰਡਾ ਬ੍ਰਿਗੇਡ ਹੈ, ਨਰੈਣੂ ਮਹੰਤਾਂ ਦਾ ਇਹ ਕੋੜਮਾਇਆ। ਇਹੀ ਕੁਛ ਮਹੰਤ ਕਰਦੇ ਸੀ। ਅਸੀਂ ਅੱਗੇ ਪੜ੍ਹਦੇ ਸੁਣਦੇ ਸਾਂ, ਮਹੰਤਾਂ ਨੇ ਹਜ਼ੂਰੀ 'ਚ ਸਿੱਖ ਵੱਢ ਦਿੱਤੇ ਕੀਰਤਨ ਕਰਦੇ, ਬੱਚਿਆਂ ਦੇ ਢਿੱਡ ਨਾਲ ਪੱਥਰ ਬੰਨ੍ਹ ਕੇ ਸਰੋਵਰ 'ਚ ਡੋਬ ਕੇ ਮਾਰ ਦਿੱਤੇ, ਔਰ ਗੁਰੂ ਘਰਾਂ ਦੀਆਂ ਡੋੜੀਆਂ 'ਚ ਕੰਜਰੀਆਂ ਲਿਆ ਕੇ ਨਚਾਈਆਂ, ਗੁਰੂ ਘਰਾਂ ਦੇ ਵਿੱਚ ਨਸ਼ੇ ਕੀਤੇ। ਅੱਗੇ ਤਾਂ ਮਹੰਤਾਂ ਦਾ ਪੜ੍ਹਦੇ ਸਾਂ। ਇਹ ਜਿਹੜਾ ਬਾਦਲ ਕਿਆਂ ਦਾ ਕੋੜਮਾ ਅੱਜ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ, ਇਹਨਾਂ ਤੇ ਉਹਨਾਂ ਮਹੰਤਾਂ ਨੂੰ ਮਾਤ ਪਾ ਦਿੱਤੀ ਹੈ। ਇਹਦਾ ਜ਼ਿੰਮੇਵਾਰ ਕੌਣ ਹੈ? ਜਿਹੜੇ ਸਿੱਖ ਬਣ ਕੇ, ਇਹਨਾਂ ਨੂੰ ਸਿੱਖ ਸਮਝ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 'ਚ, ਚਾਹੇ ਦਿੱਲੀ 'ਚ ਇਹਨਾਂ ਨੂੰ ਵੋਟ ਪਾਉਂਦੇ ਹੋਣ ਤੇ ਚਾਹੇ ਪੰਜਾਬ 'ਚ ਵੋਟ ਪਾਉਣ, ਜ਼ਿੰਮੇਵਾਰ ਉਹ ਸਿੱਖ ਸੰਗਤਾਂ ਨੇ ਜਿਨ੍ਹਾਂ ਨੇ ਇਹ ਲੋਕ ਚੁਣੇ ਆ। ਇਹਦਾ ਹੱਲ ਚਾਹੁੰਦੇ ਹੋ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਸਰਕਾਰ ਤੇ ਜ਼ੋਰ ਪਾਓ ਔਰ ਤਕੜੇ ਹੋ ਕੇ ਧਾਰਮਿਕ ਤੌਰ ਤੇ ਇਹਨਾਂ ਚੋਣਾਂ ਨੂੰ ਲੜੋ, ਤਾਂ ਕਿ ਇਸ ਨਰੈਣੂ ਕੋੜਮੇ ਦਾ ਖਾਤਮਾ ਹੋਵੇ। ਇਹ ਗੁਰੂ ਘਰ ਉਹ ਹੈ ਜਿਹੜਾ ਡਿੱਗਿਆਂ ਨੂੰ ਚੁੱਕਦਾ ਹੈ, ਢੱਠਿਆਂ ਨੂੰ ਉਠਾਉਂਦਾ ਹੈ, ਕਮਜ਼ੋਰਾਂ ਦੀ ਬਾਂਹ ਫੜਦਾ ਹੈ ਔਰ ਗੱਲ ਨਾ ਲਾ ਕੇ ਉਹ ਮੋਢਾ ਬਣਦਾ ਹੈ। ਜਣਾ ਖਣਾ ਇੱਥੇ ਮੋਢਾ ਰੱਖ ਕੇ ਰੋ ਕੇ ਆਪਣਾ ਦੁੱਖ ਦੱਸ ਸਕੇ, ਪਰ ਇਹ ਤੇ ਡਾਂਗ ਫੇਰ ਕੇ ਕਹਿੰਦੇ ਜਣਾ ਖਣਾ ਹੁੰਦਾ ਕੌਣ, ਸਾਨੂੰ ਪੁੱਛਣ ਵਾਲਾ। ਇਸ ਲਈ ਇਹ ਨਰੈਣੂ ਕੋੜਮਾ ਹੈ, ਉਹਨੂੰ ਵੀ ਮਾਤ ਪਾ ਗਿਆ। ਮਹੰਤ ਵੀ ਅੱਜ ਉਹਦੀ ਰੂਹ ਕਹਿੰਦੀ ਹੋਣੀ ਆ, ਇਹਨਾਂ ਤੇ ਸਿੱਖੋ ਮੈਂ ਵੀ ਨਹੀਂ ਸੀ ਗਰਕਿਆ ਜਿੰਨਾ ਤੁਸੀਂ ਮੈਨੂੰ ਭੰਡ ਰਹੇ ਹੋ, ਜਿੰਨੇ ਇਹ ਗਰਕ ਗਏ ਨੇ। ਇਸ ਲਈ ਹਾਲੇ ਦਾ ਇੱਕੋ ਹੀ ਆ, ਇਹ ਬਾਦਲ ਕਿਆਂ ਦਾ ਜਿਹੜਾ ਕੋੜਮਾ ਦਰਬਾਰ ਸਾਹਿਬ ਤੇ ਕਬਜ਼ਾ ਕਰੀ ਬੈਠਾ ਹੈ, ਇਹਨਾਂ ਤੋਂ ਛੁਟਕਾਰਾ, ਇਹਦੇ ਤੋਂ ਬਿਨਾਂ ਸਾਡਾ ਹੱਲ ਕੋਈ ਨਹੀਂ। ਚਾਹੇ 6 ਜੂਨ ਹੋਵੇ, ਚਾਹੇ ਉਹ ਮਾਨ ਸਾਹਿਬ ਵੀ ਕੁੱਟ ਦਿੱਤੇ ਸੀ ਕੱਥੂ ਨੰਗਲ ਦੇ ਵਿੱਚ, ਬੜੀ ਬੁਰੀ ਤਰ੍ਹਾਂ ਕੁੱਟਿਆ ਸੀ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਇਨਸਾਫ ਮੰਗ ਰਹੀਆਂ ਸਿੱਖ ਸੰਗਤਾਂ ਨੂੰ ਕੁੱਟਿਆ ਗਿਆ। ਇਹਨਾਂ ਦਾ ਨਿਤ ਨਵਾਂ ਕੰਮ ਹੈ। ਇਹ ਤੇ ਵੀਡੀਓ ਸਾਹਮਣੇ ਆ ਗਈ, ਜਿਹੜੀਆਂ ਗੱਲਾਂ ਸਾਹਮਣੇ ਨਹੀਂ ਆਈਆਂ ਉਹ ਤੇ ਤੁਸੀਂ ਬਿਆਨ ਹੀ ਨਹੀਂ ਕਰ ਸਕਦੇ ਵੀ ਇਹ ਕੀ ਕੁਝ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਯਾਦ ਪੱਤਰ ਦੇਣ ਤੋਂ ਬਾਅਦ ਕੀ ਮੁੱਖ ਮੰਤਰੀ ਆਪਣੇ ਕੀਤੇ ਵਾਅਦੇ ਪੂਰੇ ਕਰਦੇ ਨੇ ਜਾਂ ਨਹੀਂ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ।